Today we will discuss the chapter number motion of class 9th. So we will start. Firstly, we come to know about the rest and motion. ਤਾਂ ਅਗਰ ਆਪਾਂ ਦੇਖਦੇ ਹਾਂ ਰੈਸਟ ਕੀ ਹੁੰਦੀ ਹੈ, ਤਾਂ ਅਗਰ ਆਪਾਂ ਰੈਸਟ ਦੀ ਡੈਫੀਨੇਸ਼ਨ ਦੇਖੀਏ, ਜਦੋਂ ਵੀ whenever body does not changes its position with respect to stationary objects and time, ਤਾਂ ਮੇਨਲੀ ਆਪਾਂ ਧਿਆਨ ਰੱਖਣਾ ਸਟੇਸ਼ਨਰੀ ਓਬਜੈਕਟ ਅਤੇ ਟਾਈਮ ਦਾ। ਠੀਕ ਹੈ, ਜਦੋਂ ਵੀ ਕੋਈ ਬੋਡੀ ਆਪਣੀ ਪੋਜੀਸ਼ਨ ਨਹੀਂ ਚੇਂਜ ਕਰਦੀ ਹੈਗੀ ਵਿਦ ਰਿਸਪੈਕਟ ਟੂ ਸਟੇਸ਼ਨਰੀ ਓਬਜੈਕਟ ਐਂਡ ਟਾਈਮ, ਉਸ ਚੀਜ਼ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਰੈਸਟ। ਹੁਣ ਅਗਰ ਆਪਾਂ ਐਗਜ਼ਾਮਪਲ ਦੇਖਦੇ ਹਾਂ, ਇਸ ਨੂੰ ਐਕਸਪਲੇਨ ਕਰਦੇ ਹਾਂ ਕਿ ਐਗਜ਼ਾਮਪਲ ਦੇ ਨਾਲ। ਇੱਕ ਟਰੀ ਹੈ ਆਪਣੇ ਕੋਲ, ਠੀਕ ਹੈ, ਇੱਕ ਟਰੀ ਹੈ ਔਰ ਇੱਕ ਕਾਰ ਖੜੀ ਹੈ। ਟਰੀ ਤੋਂ ਜਿਹੜਾ ਕਾਰ ਦਾ ਡਿਸਟੈਂਸ ਆ ਉਹ ਕਿੰਨਾ ਗਿਆ ਆਪਣੇ ਕੋਲ 10 ਮੀਟਰ। ਠੀਕ ਹੈ, ਆਪਣੀ ਘੜੀ ਦੇ ਵਿੱਚ ਅਗਰ 8 ਵੱਜੇ ਹੋਏ ਨੇ, ਠੀਕ ਹੈ, ਅਗਰ ਆਪਾਂ 9 ਵਜੇ ਦੇਖਦੇ ਹਾਂ, 10 ਵਜੇ ਦੇਖਦੇ ਹਾਂ, ਜਿੰਨੇ ਮਰਜ਼ੀ ਟਾਈਮ 'ਤੇ ਦੇਖ ਰਹੇ ਹਾਂ, ਇਹ ਜਿਹੜੀ ਕਾਰ ਹੈ ਇੱਥੇ ਹੀ ਖੜੀ ਹੈ ਵਿਦ ਰਿਸਪੈਕਟ ਟੂ ਦੀ ਸਟੇਸ਼ਨਰੀ ਓਬਜੈਕਟ, ਮਤਲਬ ਉਨੇ ਹੀ ਡਿਸਟੈਂਸ 'ਤੇ ਖੜੀ ਹੈ 10 ਮੀਟਰ ਦੇ ਉੱਪਰ। ਠੀਕ ਹੈ, ਤਾਂ ਇਹ ਕੀ ਹੋ ਗਿਆ ਆਪਣੇ ਕੋਲ, ਕੀ ਇੱਥੋਂ ਕੀ ਪਤਾ ਲੱਗਦਾ ਗਿਆ, ਤਾਂ ਆਪਾਂ ਰੈਸਟ ਨੂੰ ਐਕਸਪਲੇਨ ਕਰ ਸਕਦੇ ਹਾਂ। ਤਾਂ ਆਪਣੀ ਜਿਹੜੀ ਕਾਰ ਹੈ ਉਹ ਰੈਸਟ ਦੇ ਵਿੱਚ ਖੜੀ ਹੈ ਵਿਦ ਰਿਸਪੈਕਟ ਟੂ ਸਟੇਸ਼ਨਰੀ ਓਬਜੈਕਟ, ਮਤਲਬ ਉਹ ਸੇਮ ਡਿਸਟੈਂਸ ਦੇ ਉੱਪਰ ਹੀ ਖੜੀ ਹੈ, ਚਾਹੇ ਉਹਦਾ ਟਾਈਮ ਹੈ ਜਿਹੜਾ ਘੜੀ ਦਾ ਉਹ ਚੇਂਜ ਹੁੰਦਾ ਜਾ ਰਿਹਾ ਹੈਗਾ। ਠੀਕ ਹੈ, ਹੁਣ ਅਗਰ ਆਪਾਂ ਦੇਖੀਏ ਤਾਂ ਸਟੇਸ਼ਨਰੀ ਓਬਜੈਕਟ ਤਾਂ ਹੋਣਾ ਬਹੁਤ ਜ਼ਰੂਰੀ ਹੈ। ਜੇ ਨਹੀਂ ਹੋਣਗੇ ਤਾਂ ਆਪਾਂ ਦੱਸ ਨਹੀਂ ਸਕਦੇ ਹੈਗੇ, ਆਪਾਂ ਪਤਾ ਨਹੀਂ ਲਗਾ ਪਾਵਾਂਗੇ ਵੀ ਉਹ ਮੋਸ਼ਨ ਦੇ ਵਿੱਚ ਹੈ ਜਾਂ ਨਹੀਂ ਹੈ। ਠੀਕ ਹੈ, ਹੁਣ ਅਗਰ ਆਪਾਂ, ਇਹ ਤਾਂ ਹੋਇਆ ਰੈਸਟ ਦੀ ਗੱਲ। ਅਗਰ ਆਪਾਂ ਮੋਸ਼ਨ ਦੀ ਗੱਲ ਕਰੀਏ, ਤਾਂ ਮੋਸ਼ਨ ਦੀ ਗੱਲ ਕਰੀਏ ਜਦੋਂ ਵੀ ਆਪਣੀ ਬੋਡੀ ਚੇਂਜ ਕਰਦੀ ਉਹਦੀ ਪੋਜੀਸ਼ਨ ਵਿਦ ਰਿਸਪੈਕਟ ਟੂ ਸਟੇਸ਼ਨਰੀ ਓਬਜੈਕਟ ਐਂਡ ਟਾਈਮ। ਇੱਥੇ ਪੋਜੀਸ਼ਨ ਨਹੀਂ ਚੇਂਜ ਕਰਦੀ ਸੀ, ਉਰੇ ਪੋਜੀਸ਼ਨ ਚੇਂਜ ਕਰਦੀ ਹੈ। ਠੀਕ ਹੈ, ਜਿਵੇਂ ਹੁਣ ਇੱਕ ਆਪਣੇ ਕੋਲ ਟਰੀ ਹੈ, ਅਗਰ ਆਪਾਂ ਐਗਜ਼ਾਮਪਲ ਦੇਖੀਏ, ਇੱਕ ਟਰੀ ਹੈ ਔਰ ਇੱਕ ਕਾਰ ਹੈ, ਇਹ ਦੋਨੋਂ 10 ਮੀਟਰ ਦੀ ਦੂਰੀ 'ਤੇ ਖੜ੍ਹੇ ਨੇ। ਕੁਛ ਕੁ ਟਾਈਮ, ਹੁਣ ਇੱਥੇ 8 ਵੱਜੇ ਹੋਏ ਨੇ, ਅਗਰ ਆਪਾਂ 9 ਵਜੇ ਦੇਖਿਆ ਤਾਂ ਇਹ ਕਾਰ ਹੈ ਔਰ ਇਹ ਸਟੇਸ਼ਨਰੀ ਓਬਜੈਕਟ ਹੋ ਗਿਆ, ਟਰੀ ਹੋ ਗਿਆ ਆਪਣੇ ਕੋਲ। ਤਾਂ ਇਹਨਾਂ ਦਾ ਦੂਰੀ ਹੈ ਜਿਹੜੀ ਉਹ 110 ਮੀਟਰ ਹੋ ਗਈ। ਤਾਂ ਇੱਥੋਂ ਕੀ ਪਤਾ ਲੱਗਿਆ, ਜਿਹੜੀ ਕਾਰ ਹੈ ਉਹ ਮੂਵ ਕਰੀ ਹੈ ਵਿਦ ਰਿਸਪੈਕਟ ਟੂ ਸਟੇਸ਼ਨਰੀ ਓਬਜੈਕਟ। ਤਾਂ ਇੱਥੋਂ ਕੀ ਪਤਾ ਲੱਗਦਾ, ਬੋਡੀ ਹੈ ਜਿਹੜੀ ਉਹ ਆਪਣਾ ਓਬਜੈਕਟ ਕੀ ਹੈ ਉਹ ਮੋਸ਼ਨ ਦੇ ਵਿੱਚ ਹੈ। ਕਲੀਅਰ ਹੋਇਆ ਦੋਨੋਂ ਟਰਮਸ, ਰੈਸਟ ਅਤੇ ਮੋਸ਼ਨ। ਠੀਕ ਹੈ, ਹੁਣ ਆਪਾਂ ਟਾਈਪਸ ਆਫ ਮੋਸ਼ਨ ਦੀ ਗੱਲ ਕਰਦੇ ਹਾਂ, ਕਿਹੜੇ ਕਿਹੜੇ ਤਰ੍ਹਾਂ ਦੇ ਹੁੰਦੇ ਨੇ। ਪਹਿਲਾਂ ਅਗਰ ਆਪਾਂ ਦੇਖੀਏ ਤਾਂ ਯੂਨੀਫਾਰਮ ਮੋਸ਼ਨ। ਤਾਂ ਅਗਰ ਆਪਾਂ ਯੂਨੀਫਾਰਮ ਮੋਸ਼ਨ ਦੀ ਗੱਲ ਕਰੀਏ, ਉਹ ਵਾਲਾ ਮੋਸ਼ਨ, ਇਹ ਟਾਈਪ ਆਫ ਮੋਸ਼ਨ ਇਨ ਵਿਚ ਬੋਡੀ ਟਰੈਵਲਸ ਇਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲਸ ਆਫ ਟਾਈਮ। ਮਤਲਬ ਸਪੀਡ ਹੈ ਜਿਹੜੀ ਬੋਡੀ ਦੀ ਉਹ ਕੌਂਸਟੈਂਟ ਰਹਿੰਦੀ ਹੈ ਅਤੇ ਉਹ ਇਕੁਅਲ ਡਿਸਟੈਂਸ ਕਵਰ ਕਰਦੀ ਹੈ ਇਕੁਅਲ ਇੰਟਰਵਲ ਆਫ ਟਾਈਮ ਦੇ ਵਿੱਚ। ਜਿਵੇਂ ਆਪਾਂ ਐਗਜ਼ਾਮਪਲ ਦੇਖਦੇ ਹਾਂ ਕਲੋਕ ਦੀ। ਅਗਰ ਆਪਾਂ ਕਲੋਕ ਦੀ ਐਗਜ਼ਾਮਪਲ ਦੇਖੀਏ, ਅਗਰ ਆਪਾਂ ਗੱਡੀ ਹੈ ਇੱਕ, ਠੀਕ ਹੈ, ਅਗਰ ਸਾਫ਼ ਸੁਥਰੀ ਸੜਕ ਹੈ ਆਪਣੇ ਕੋਲ, ਠੀਕ ਹੈ, ਸਾਫ਼ ਸੁਥਰੀ ਸੜਕ ਦੇ ਉੱਪਰ, ਟਰੈਕ ਦੇ ਉੱਪਰ ਜਾ ਰਹੇ ਹਾਂ, ਤਾਂ ਗੱਡੀ ਦੀ ਆਪਾਂ ਸਪੀਡ ਹੈ ਜਿਹੜੀ ਉਹ ਟਾਈਮ ਦੇ ਚੇਂਜ ਹੋਣ ਦੇ ਨਾਲ 8 ਵਜੇ ਅਗਰ ਆਪਾਂ ਦੇਖੀਏ ਤਾਂ ਵੀ ਆਪਾਂ 50 ਕਿਲੋਮੀਟਰ ਦੀ ਸਪੀਡ ਨਾਲ ਮੂਵ ਕਰ ਰਹੇ ਸੀ। ਥੋੜ੍ਹਾ ਜਿਹਾ ਟਾਈਮ ਅੱਗੇ ਗਏ 8:15 ਦੇ, ਤਾਂ ਵੀ 50 ਕਿਲੋਮੀਟਰ ਦੀ ਸਪੀਡ ਨਾਲ ਮੂਵ ਕਰ ਰਹੇ ਹਾਂ। ਤਾਂ ਉਹਦਾ ਜਿਹੜੀ ਡਿਸਟੈਂਸ, ਜਿਹੜੀ ਸਪੀਡ ਆ ਉਹ ਆਪਾਂ ਸੇਮ ਰੱਖ ਰਹੇ ਹਾਂ, ਠੀਕ ਹੈ, ਕਿਲੋਮੀਟਰ ਪਰ ਆਵਰ। ਠੀਕ ਹੈ, ਤਾਂ ਅਗਰ ਆਪਾਂ ਇਕੁਅਲ ਡਿਸਟੈਂਸ ਕਵਰ ਕਰਦੇ ਹਾਂ ਇਕੁਅਲ ਇੰਟਰਵਲ ਆਫ ਟਾਈਮ ਦੇ ਵਿੱਚ, ਤਾਂ ਉਹਦੀ ਸਪੀਡ ਹੈ ਜਿਹੜੀ ਉਹ ਕੀ ਰਹਿ ਰਹੀ ਹੈ, ਕੌਂਸਟੈਂਟ ਰਹਿ ਰਹੀ ਹੈ। ਜਿਵੇਂ ਕਲੋਕ ਦੀ ਐਗਜ਼ਾਮਪਲ ਹੁੰਦੀ ਹੈ, ਕਲੋਕ ਨੇ ਇਕੁਅਲ ਇੰਟਰਵਲ ਕਵਰ ਕਰੀ ਹੋ ਜਾਣਾ, ਅਗਰ ਹੁਣ 12 ਵਜੇ ਨੇ, ਘੁੰਮ ਕੇ ਫਿਰ 12 ਵੱਜ ਜਾਣੇ ਨੇ। ਠੀਕ ਹੈ, ਤਾਂ ਇਹ ਐਗਜ਼ਾਮਪਲ ਹੈ ਇਹਦੀ। ਤਾਂ ਅਗਰ ਆਪਾਂ ਦੇਖੀਏ ਤਾਂ ਇਹਦਾ ਸਟੇਟ, ਹੁਣ ਦੇਖੋ, ਪਹਿਲੇ ਦੇ ਵਿੱਚ 2 ਮੀਟਰ ਕਵਰ ਕਰਿਆ, ਫਿਰ ਇਕੁਅਲ ਇੰਟਰਵਲ 2 ਮੀਟਰ, ਫਿਰ ਇਕੁਅਲ ਇੰਟਰਵਲ। ਤਾਂ ਜਿੰਨਾ ਮਰਜ਼ੀ ਅਗਰ ਆਪਾਂ ਦੇਖੀਏ, ਇੱਧਰ ਵੀ ਦੇਖ ਲਈਏ, ਤਾਂ ਹਮੇਸ਼ਾ ਕੀ ਬਣੂਗਾ, ਜਿਹੜਾ ਡਿਸਟੈਂਸ ਟਾਈਮ ਗ੍ਰਾਫ ਹੈ ਉਹ ਆਪਾਂ ਨੂੰ ਕੀ ਦੇਊਗਾ, ਹਮੇਸ਼ਾ ਸਟ੍ਰੇਟ ਲਾਈਨ ਇਨ ਕੇਸ ਆਫ ਯੂਨੀਫਾਰਮ ਮੋਸ਼ਨ। ਅਗਰ ਆਪਾਂ ਗੱਲ ਕਰੀਏ ਨੋਨ ਯੂਨੀਫਾਰਮ ਮੋਸ਼ਨ ਦੀ, ਹੁਣ ਅਗਰ ਆਪਾਂ ਗੱਲ ਕਰਦੇ ਹਾਂ ਨੋਨ ਯੂਨੀਫਾਰਮ ਮੋਸ਼ਨ ਦੀ, ਨੋਨ ਯੂਨੀਫਾਰਮ ਮੋਸ਼ਨ ਕੀ ਕਹਿੰਦਾ, ਹੁਣ ਪਹਿਲਾਂ ਅਗਰ ਆਪਾਂ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਖੜ੍ਹੇ ਹਾਂ ਤਾਂ ਆਪਾਂ ਨੂੰ ਆਪਣੀ ਸਪੀਡ ਹੈ ਜਿਹੜੀ ਉਹ ਚੇਂਜ ਕਰਨੀ ਪੈਂਦੀ ਹੈ। ਪਹਿਲਾਂ ਆਪਾਂ ਮੂਵ ਕਰੇ, ਮੰਨ ਲਓ ਆਪਾਂ ਮੂਵ ਕਰ ਰਹੇ ਹਾਂ 30 ਕਿਲੋਮੀਟਰ ਬਰਾਬਰ, ਫਿਰ ਆਪਾਂ ਮੂਵ ਕਰ ਰਹੇ ਹਾਂ, ਫਿਰ ਆਪਾਂ ਫਿਰ ਸਪੀਡ ਚੇਂਜ ਕਰ ਰਹੇ ਹਾਂ, ਮੰਨ ਲਓ 40 ਕਰਤੀ, ਤਾਂ ਆਪਾਂ ਨੂੰ 20 ਕਰਤੀ। ਠੀਕ ਹੈ, ਤਾਂ ਆਪਾਂ ਨੂੰ ਸਪੀਡ ਹੈ ਜਿਹੜੀ ਉਹ ਘਟਾਉਣੀ ਪੈ ਰਹੀ ਹੈ। ਠੀਕ ਹੈ, ਤਾਂ ਉਹ ਨੋਨ ਯੂਨੀਫਾਰਮ ਮੋਸ਼ਨ ਹੁੰਦਾ। ਨੋਨ ਯੂਨੀਫਾਰਮ ਮੋਸ਼ਨ ਦਾ ਅਗਰ ਡਿਸਟੈਂਸ ਟਾਈਮ ਗ੍ਰਾਫ ਦੀ ਗੱਲ ਕਰੀਏ ਤਾਂ ਉਹ ਕੀ ਹੁੰਦਾ, ਚੇਂਜ ਹੁੰਦਾ ਜਾਂਦਾ ਹੈਗਾ। ਜਿਵੇਂ ਮੰਨ ਲਓ ਦੇਖੋ, ਪਹਿਲਾਂ ਐਵੇਂ, ਫਿਰ ਐਵੇਂ, ਐਵੇਂ ਹੁੰਦਾ ਜਾਂਦਾ। ਠੀਕ ਹੈ, ਨੋਟ ਅ ਸਟ੍ਰੇਟ ਲਾਈਨ, ਸਟ੍ਰੇਟ ਲਾਈਨ ਨਹੀਂ ਬਣ ਪਾਊਗਾ, ਤਾਂ ਇਹ ਨੋਨ ਯੂਨੀਫਾਰਮ ਮੋਸ਼ਨ ਹੁੰਦਾ। ਹੁਣ ਅਗਰ ਆਪਾਂ ਕੁਆਂਟੀਟੀਜ਼ ਦੀ ਗੱਲ ਕਰਦੇ ਹਾਂ, 2 ਤਰ੍ਹਾਂ ਦੀਆਂ ਕੁਆਂਟੀਟੀਜ਼ ਕੀ ਹੁੰਦੀਆਂ ਨੇ, ਕੋਈ ਵੀ ਚੀਜ਼, ਐਨੀਥਿੰਗ ਵਿਚ ਵੀ ਕੈਨ ਮੇਜਰ, ਕੋਈ ਵੀ ਚੀਜ਼ ਹੈ ਜਿਸ ਨੂੰ ਆਪਾਂ ਮਾਪ ਸਕਦੇ ਹਾਂ ਉਸ ਨੂੰ ਆਪਾਂ ਕੁਆਂਟੀਟੀ ਕਹਿ ਦਿੰਦੇ ਹਾਂ। 2 ਤਰ੍ਹਾਂ ਦੀਆਂ ਹੁੰਦੀਆਂ ਨੇ, ਸਕੇਲਰ ਔਰ ਵੈਕਟਰ। ਤਾਂ ਦੋਨਾਂ ਦੇ ਵਿੱਚ ਫ਼ਰਕ ਕੀ ਹੈ, ਸਕੇਲਰ ਕੁਆਂਟੀਟੀਜ਼ ਉਹ ਹੁੰਦੀਆਂ ਨੇ ਜਿਹੜੀਆਂ ਸਿਰਫ ਔਰ ਸਿਰਫ ਮੈਗਨੀਟਿਊਡ ਬਾਰੇ ਦੱਸਦੀਆਂ ਨੇ। ਵੈਕਟਰ ਉਹ ਹੁੰਦੀਆਂ ਨੇ ਜਿਹੜੀਆਂ ਮੈਗਨੀਟਿਊਡ ਬਾਰੇ ਵੀ ਦੱਸਦੀਆਂ ਨੇ ਅਤੇ ਡਾਇਰੈਕਸ਼ਨ ਬਾਰੇ ਵੀ ਦੱਸਦੀਆਂ ਨੇ।
ਕਲੀਅਰ ਹੈ। ਸਿਰਫ ਔਰ ਸਿਰਫ ਮੈਗਨੀਟਿਊਡ ਬਾਰੇ ਦੱਸਦੀਆਂ ਨੇ। ਵੈਕਟਰ ਉਹ ਹੁੰਦੀਆਂ ਨੇ ਜਿਹੜੀਆਂ ਮੈਗਨੀਟਿਊਡ ਅਤੇ ਡਾਇਰੈਕਸ਼ਨ ਦੋਨਾਂ ਬਾਰੇ ਦੱਸਦੀਆਂ ਨੇ। ਤਾਂ ਸਕੇਲਰ ਕੁਆਂਟੀਟੀਜ਼ ਜਿਵੇਂ ਹੁਣ ਡਿਸਟੈਂਸ ਹੈ, ਇਹ ਸਕੇਲਰ ਕੁਆਂਟਿਟੀ ਹੈ। ਆਪਾਂ 5 ਮੀਟਰ ਲਗਾਉਂਦੇ ਹਾਂ, 5 ਮੀਟਰ ਉਹਨੇ ਡਿਸਟੈਂਸ ਕਵਰ ਕਰਿਆ। ਹੁਣ ਵੈਕਟਰ ਕੁਆਂਟੀਟੀਜ਼ ਦੀ ਗੱਲ ਕਰਦੇ ਹਾਂ ਤਾਂ ਜਿਵੇਂ ਡਿਸਪਲੇਸਮੈਂਟ ਹਮੇਸ਼ਾ ਆਪਾਂ ਕੀ ਲਵਾਂਗੇ, 5 ਮੀਟਰ ਨੌਰਥ ਕੰਨੀ ਗਿਆ ਜਾਂ 5 ਮੀਟਰ ਸਾਊਥ ਕੰਨੀ ਗਿਆ। ਅਗਰ ਆਪਾਂ ਉਸਦੀ ਡਾਇਰੈਕਸ਼ਨ ਵੀ ਮੈਂਸ਼ਨ ਕਰ ਰਹੇ ਹਾਂ ਤਾਂ ਉਹ ਕਿਹੜੀ ਕੁਆਂਟਿਟੀ ਆਪਣੇ ਕੋਲ, ਵੈਕਟਰ ਕੁਆਂਟਿਟੀ ਹੈ। ਅਗਰ ਆਪਾਂ ਉਸਦੀ ਡਾਇਰੈਕਸ਼ਨ ਨਹੀਂ ਮੇਜਰ ਕਰ ਰਹੇ ਹੈਗੇ, ਸਿਰਫ ਔਰ ਸਿਰਫ ਮੈਗਨੀਟਿਊਡ ਦੇਖ ਰਹੇ ਹਾਂ, ਤਾਂ ਉਹ ਕਿਹੜਾ ਹੋ ਗਿਆ ਆਪਣੇ ਕੋਲ, ਡਿਸਟੈਂਸ ਹੋ ਗਿਆ। ਕਲੀਅਰ ਹੋਇਆ। ਤਾਂ ਇਸ ਤਰ੍ਹਾਂ ਆਪਾਂ ਦੇਖਦੇ ਹਾਂ। ਹੁਣ ਅਗਰ ਆਪਾਂ ਡਿਸਟੈਂਸ ਦੀ ਡੈਫੀਨੇਸ਼ਨ ਦੇਖੀਏ ਤਾਂ ਡਿਸਟੈਂਸ ਕੀ ਆ, ਆਹ ਦੇਖੋ ਮੈਂ ਮੰਡੇ ਨੂੰ ਕਿੰਨਾ ਕਵਰ ਕਰਿਆ, ਪਹਿਲਾਂ 5 ਗਿਆ ਫਿਰ ਸਿੱਧਾ 3, ਤਾਂ ਟੋਟਲ ਕਿੰਨਾ ਹੋ ਗਿਆ 8। ਅਗਰ ਮੈਂ ਇੱਧਰ ਨੂੰ 5 ਗਿਆ ਫਿਰ ਇੱਧਰ ਨੂੰ 3 ਗਿਆ ਤਾਂ ਵੀ ਟੋਟਲ ਕਿੰਨਾ ਹੋ ਜਾਊਗਾ 8। ਅਗਰ ਮੈਂ ਐਵੇਂ ਗਿਆ ਅਤੇ ਐਵੇਂ ਗਿਆ ਤਾਂ ਵੀ ਕਿੰਨਾ ਕਵਰ ਕਰ ਰਿਹਾ ਮੈਂ 8। ਤਾਂ ਡਿਸਟੈਂਸ ਹਮੇਸ਼ਾ ਕੀ ਰਹਿ ਰਿਹਾ, ਸੇਮ ਰਹਿ ਰਿਹਾ। ਤਾਂ ਡਿਸਟੈਂਸ ਕੀ ਹੁੰਦਾ, ਲੈਂਥ ਆਫ ਪਾਥ ਕਵਰਡ ਵੈਨ ਵੀ ਟਰੈਵਲ। ਆਹ ਸ਼ਬਦ ਹੋਣਾ ਜ਼ਰੂਰੀ ਹੈ, ਟਰੈਵਲ ਵਾਲਾ। ਅਗਰ ਆਪਾਂ ਨਹੀਂ ਟਰੈਵਲ ਕਰ ਰਹੇ ਹੈਗੇ ਤਾਂ ਆਪਾਂ ਡਿਸਟੈਂਸ ਨੂੰ ਨਹੀਂ ਮਾਪ ਸਕਦੇ, ਤਾਂ ਟਰੈਵਲ ਹੋਣਾ ਜ਼ਰੂਰੀ ਹੈ। ਠੀਕ ਹੈ, ਤੁਰਨਾ ਜ਼ਰੂਰੀ ਹੈ ਆਪਣਾ। SI ਯੂਨਿਟ ਹੁੰਦੇ ਨੇ ਡਿਸਟੈਂਸ ਦੇ, ਮੀਟਰ। ਡਿਸਟੈਂਸ ਕਦੇ ਵੀ ਹਮੇਸ਼ਾ ਕੀ ਹੁੰਦਾ, ਪੋਜ਼ੀਟਿਵ ਹੋਊਗਾ, ਨੈਗੇਟਿਵ ਵੀ ਨਹੀਂ ਹੋਊਗਾ, ਕਦੇ ਵੀ ਜ਼ੀਰੋ ਨਹੀਂ ਹੋਊਗਾ। ਕਿਉਂਕਿ ਆਹ ਦੇਖੋ ਮੈਂ ਟਰੈਵਲ ਸ਼ਬਦ ਪਾਇਆ ਨਾ, ਟਰੈਵਲ ਮੀਨਸ ਡਿਸਟੈਂਸ ਕਦੇ ਵੀ ਜ਼ੀਰੋ ਨਹੀਂ ਹੋ ਸਕਦਾ। ਡਿਸਟੈਂਸ ਉਦੋਂ ਹੀ ਮੇਜਰ ਹੋਊਗਾ ਜਦੋਂ ਆਪਾਂ ਤੁਰ ਰਹੇ ਹਾਂ। ਠੀਕ ਹੈ, ਹੁਣ ਹਰੇਕ ਕੇਸਿਸ ਦੇ ਵਿੱਚ ਡਿਸਟੈਂਸ ਕੀ ਰਹਿ ਰਿਹਾ, ਹਮੇਸ਼ਾ ਸੇਮ ਹੀ ਰਹਿੰਦਾ। ਤਾਂ ਡਿਸਪਲੇਸਮੈਂਟ ਦੀ ਗੱਲ ਕਰਦੇ ਹਾਂ। ਡਿਸਪਲੇਸਮੈਂਟ, ਮੈਂ ਇੱਥੋਂ ਗਿਆ ਸਿੱਧਾ ਗਿਆ, ਤਾਂ ਡਿਸਪਲੇਸਮੈਂਟ ਕੀ ਹੁੰਦਾ, ਸ਼ਾਰਟੈਸਟ ਡਿਸਟੈਂਸ ਕਵਰ ਹੁੰਦਾ ਬਿਟਵੀਨ ਇਨੀਸ਼ੀਅਲ ਐਂਡ ਫਾਈਨਲ। ਇਨੀਸ਼ੀਅਲ ਅਤੇ ਫਾਈਨਲ ਦੇ ਵਿਚਕਾਰ, ਠੀਕ ਹੈ, ਇਨੀਸ਼ੀਅਲ ਅਤੇ ਫਾਈਨਲ ਦੇ ਵਿਚਕਾਰ ਪੋਜੀਸ਼ਨ ਦੇ ਵਿਚਕਾਰ ਜਿਹੜਾ ਸ਼ਾਰਟੈਸਟ ਡਿਸਟੈਂਸ ਕਵਰ ਹੁੰਦਾ। ਜਿਵੇਂ ਮੈਂ ਇੱਥੋਂ 5 ਮੀਟਰ ਗਿਆ ਫਿਰ 3 ਗਿਆ, ਇਨੀਸ਼ੀਅਲ ਆ ਮੇਰੀ, ਫਾਈਨਲ ਆ ਹੋ ਗਈ, ਟੋਟਲ ਕਿੰਨਾ ਹੋ ਗਿਆ 8। ਹੁਣ ਇੱਥੇ ਆ 5, ਇੱਧਰ ਨੂੰ ਗਿਆ 3 ਮੀਟਰ, ਤਾਂ ਡਿਸਪਲੇਸਮੈਂਟ ਕੀ ਹੋ ਗਈ, ਇਨੀਸ਼ੀਅਲ ਅਤੇ ਫਾਈਨਲ। ਇਹ ਇਨੀਸ਼ੀਅਲ ਹੈ, ਇਹ ਫਾਈਨਲ ਹੈ, ਡਿਸਪਲੇਸਮੈਂਟ ਮੇਰੀ ਆ ਹੋ ਜੂਗੀ। ਠੀਕ ਹੈ, ਤਾਂ ਜਿੱਥੋਂ ਕੀ ਕਲੀਅਰ ਹੁੰਦਾ, ਜਿਵੇਂ ਡਿਸਟੈਂਸ ਸਕੇਲਰ ਸੀ, ਇਹ ਵੈਕਟਰ ਕੁਆਂਟਿਟੀ ਹੁੰਦੀ ਹੈ। ਠੀਕ ਹੈ, ਕਿਉਂਕਿ ਇਹ ਜੀ ਡਾਇਰੈਕਸ਼ਨ ਹੈ ਜਿਹੜੀ ਉਹ ਚੇਂਜ ਹੁੰਦੀ ਜਾ ਰਹੀ ਹੈ। ਠੀਕ ਹੈ, ਇਸ ਕਰਕੇ ਵੈਕਟਰ ਕੁਆਂਟਿਟੀ ਹੈ। ਨੈਗੇਟਿਵ ਵੀ ਹੋ ਸਕਦੀ ਹੈ, ਪੋਜ਼ੀਟਿਵ ਵੀ ਹੋ ਸਕਦੀ ਹੈ, ਜ਼ੀਰੋ ਵੀ ਹੋ ਸਕਦੀ ਹੈ। ਜ਼ੀਰੋ ਕਿਸ ਤਰ੍ਹਾਂ, ਜਿੰਨਾ ਮੈਂ ਗਿਆ 5 ਮੀਟਰ ਫਿਰ ਵਾਪਸ ਵੀ 5 ਆ ਗਿਆ, ਤਾਂ ਕੀ ਹੋ ਗਈ, ਡਿਸਪਲੇਸਮੈਂਟ ਕੀ ਹੋ ਗਈ, ਜ਼ੀਰੋ। ਇੱਥੇ ਗਿਆ 5 ਮੀਟਰ, ਮੈਂ ਵਾਪਸ 6 ਮੀਟਰ ਆ ਗਿਆ, ਤਾਂ ਡਿਸਪਲੇਸਮੈਂਟ ਕਿੰਨੀ ਹੋ ਗਈ, -1, ਤਾਂ ਡਿਸਪਲੇਸਮੈਂਟ ਕੀ ਹੋ ਗਈ, ਨੈਗੇਟਿਵ। ਇਸ ਤਰ੍ਹਾਂ ਐਗਜ਼ਾਮਪਲਸ ਨੇ ਡਿਸਪਲੇਸਮੈਂਟ ਜ਼ੀਰੋ ਅਤੇ ਨੈਗੇਟਿਵ ਦੀਆਂ। ਡਿਸਟੈਂਸ ਹਮੇਸ਼ਾ ਕੀ ਹੁੰਦਾ, ਵੱਡਾ ਹੁੰਦਾ ਡਿਸਪਲੇਸਮੈਂਟ ਤੋਂ। ਅਗਰ ਕੋਈ ਵੀ ਬੋਡੀ ਸਟ੍ਰੇਟ ਲਾਈਨ ਦੇ ਵਿੱਚ ਮੂਵ ਕਰ ਰਿਹਾ ਆਬਜੈਕਟ, ਤਾਂ ਉੱਥੇ ਕੀ ਹੋਊਗਾ, ਡਿਸਟੈਂਸ ਕਿਹਦੇ ਬਰਾਬਰ ਹੋਊਗਾ, ਡਿਸਪਲੇਸਮੈਂਟ ਦੇ। ਕਲੀਅਰ ਹੈ। ਕਲੀਅਰ ਸਟੂਡੈਂਟਸ, ਇੱਥੇ ਤੱਕ ਡਿਸਕਸ ਕਰਦੇ ਹਾਂ ਅੱਜ ਆਪਾਂ। ਥੈਂਕ ਯੂ।